ਹੁਣ ਮੈਂ ਜਿਹੜੇ ਇਹਦੇ ਪੈਂਚ ਕਿਸਮ ਦੇ ਕੋਈ ਦੋ ਚਾਰ ਸਾਫੀ ਨੇ ਨਾ ਅਕਸਰ ਇਹੋ ਜਿਹੀਆਂ ਗੱਲਾਂ ਕਰਦੇ ਨੇ। ਤਲਤ ਹੁਸੈਨ ਸਾਹਿਬ ਨੇ ਵੀ ਉੱਤੇ ਬੜਾ ਕੀਤਾ, ਔਰ ਫਾਹਦ ਹੁਸੈਨ ਹੋਇਆ, ਤਲਤ ਹੁਸੈਨ ਹੋਇਆ, ਇਹ ਜਿਹੜੇ ਨੇ ਬੜਾ ਰੌਲਾ ਪਾਉਂਦੇ ਨੇ ਹਮੇਸ਼ਾ ਇਹੋ ਜਿਹੀਆਂ ਗੱਲਾਂ ਦੇ ਉੱਤੇ। ਤਾਂ ਮੈਂ ਤਾਂ ਕੱਲ ਟਵੀਟ ਕਰਕੇ ਤਲਤ ਹੁਸੈਨ ਸਾਹਿਬ ਕੋਲੋਂ ਪੁੱਛਿਆ ਵੀ ਯਾਰ ਇਹ ਲੱਗਦਾ ਵੀ ਕੋਈ ਜਿਹੜੀ ਤਕਲੀਫ ਹੈ ਉਹ ਕੋਈ ਜ਼ਾਤੀ ਹੈ, ਮਤਲਬ ਜਾਂ ਤਾਂ ਕੋਈ ਅਜ਼ੀਜ਼ਾ ਤੁਹਾਡੀ ਰਹਿ ਗਈ ਹੈ ਜਿਹਨੇ ਖਾਨ ਸਾਹਿਬ ਨਾਲ ਵਿਆਹ ਕਰਨਾ ਸੀ ਤੇ ਉਹ ਬੁਸ਼ਰਾ ਬੀਬੀ ਨਾਲ ਹੋ ਗਿਆ, ਤੇ ਤੁਸੀਂ ਤੇ ਆਪਣੇ ਆਪ ਨੂੰ ਛੁਰੀ ਮਾਰਨ ਨੂੰ ਫਿਰਨ ਡਏ ਹੋ। ਤੇ ਭਾਈ ਐਡਾ ਦਿਲ ਘੱਟ ਨਾ ਕਰੋ, ਤੁਹਾਡੀ ਮਿਹਰਬਾਨੀ ਹੈ। ਮੈਨੂੰ ਪਤਾ ਵੀ ਮੁੰਡਾ ਸਾਡਾ ਸੋਹਣਾ ਹੈ ਤੇ ਤੁਸੀਂ ਜਿਹੜਾ ਉਹ ਚਾਹੁੰਦੇ ਹੋਵੋਗੇ, ਤੇ ਮੈਂ ਚਲੋ ਜਾ ਕੇ ਤੇ ਗੱਲ ਕਰ ਲਾਂਗਾ ਖਾਨ ਸਾਹਿਬ ਨਾਲ, ਭਾਵੇਂ ਉਹ ਮੈਨੂੰ ਅੱਗੋਂ ਲਿੱਤਰ ਪੌਲਾ ਕਰਨ ਇਸ ਗੱਲ ਤੇ, ਕਿਉਂਕਿ ਉਹ ਆਪਣੀ ਬੇਗਮ ਨਾਲ ਬੜਾ ਪਿਆਰ ਕਰਦੇ ਨੇ। ਕੱਲ੍ਹ ਹੀ ਇੱਕ ਸ਼ਬੀਰ ਡਾਰ ਸਾਹਿਬ ਨੇ, ਜੀਓ ਦੇ ਨੇ ਮੇਰਾ ਖਿਆਲ, ਜੀਓ ਜੰਗ ਗਰੁੱਪ ਦੇ, ਅਗਰ ਮੈਂ ਗਲਤ ਨਹੀਂ, ਉਹ ਖਬਰ ਦੇ ਰਹੇ ਸਨ ਕਿ ਜੀ ਬੁਸ਼ਰਾ ਬੀਬੀ ਨਾਲ ਖਾਨ ਸਾਹਿਬ ਬੜਾ ਪਿਆਰ ਕਰਦੇ ਨੇ, ਇਹਤਰਾਮ ਕਰਦੇ ਨੇ। ਜਦੋਂ ਉਹ ਆਉਂਦੀਆਂ ਨੇ ਅਦਾਲਤ ਦੇ ਵਿੱਚ, ਬੁਸ਼ਰਾ ਬੀਬੀ ਜੇਲ੍ਹ ਦੇ ਵਿੱਚ, ਅਦਾਲਤ 'ਚ ਉਹ ਇਕੱਠੇ ਹੁੰਦੇ ਨੇ ਤੇ ਉੱਠ ਕੇ ਖੜੇ ਹੋ ਜਾਂਦੇ ਨੇ, ਉਹਨਾਂ ਦਾ ਹੱਥ ਫੜਦੇ ਨੇ, ਕਈ ਵਾਰੀ ਉਹਨਾਂ ਦੇ ਗਲੇ ਵੀ ਮਿਲਦੇ ਨੇ ਤੇ ਉਹਨਾਂ ਨਾਲ ਪਿਆਰ ਕਰਦੇ ਨੇ, ਇਹਤਰਾਮ ਕਰਦੇ ਨੇ। ਮੈਂ ਹੁਣ ਡਾਰ ਸਾਹਿਬ ਤੇ ਮੇਰੇ ਲਈ ਬੜੇ ਮੁਹਤਰਮ ਨੇ। ਹੁਣ ਮੈਨੂੰ ਦੱਸੋ ਵੀ ਆਪਣੇ ਘਰ ਵਾਲੀ ਦਾ ਹੀ ਇਹਤਰਾਮ ਕਰਨਾ ਹੈ ਨਾ ਉਹਨਾਂ ਨੇ, ਹੁਣ ਕਿਸੇ ਹੋਰ ਦੇ ਘਰ ਵਾਲੀ ਦਾ ਇਹਤਰਾਮ ਕਰਨ? ਆਪਣੀ ਘਰ ਵਾਲੀ ਦਾ ਹੀ ਹੱਥ ਫੜਨਾ, ਕਿਸੇ ਹੋਰ ਦੀ ਦਾ ਜਾ ਕੇ ਹੱਥ ਫੜਨ? ਕੋਈ ਯਾਰ ਖੁਦਾ ਦਾ ਖੌਫ ਕਰੋ, ਕਿਹੜੇ ਪਾਸੇ ਨੂੰ ਤੁਰ ਪਏ ਜੇ ਤੁਸੀਂ ਸਾਰੇ। ਇੱਕ ਬੰਦਾ ਅਗਰ ਆਪਣੇ ਘਰ ਵਾਲੀ ਦਾ, ਆਪਣੀ ਜ਼ਨਾਨੀ ਦਾ, ਆਪਣੀ ਬੇਗਮ ਦਾ ਇਹਤਰਾਮ ਕਰਦਾ, ਉਹਦਾ ਪਿਆਰ ਕਰਦਾ ਉਹਦੇ ਨਾਲ, ਤੇ ਤੁਹਾਡੇ ਮਾਂ ਪਿਓ ਨੂੰ ਵੀ ਇਹੀ ਕਰਨਾ ਚਾਹੀਦਾ ਸੀ। ਜੇ ਉਹਨਾਂ ਨਹੀਂ ਕੀਤਾ ਤਾਂ ਉਹਦੇ 'ਚ ਖਾਨ ਸਾਹਿਬ ਦਾ ਕੀ ਕਸੂਰ ਹੈ? ਜੇ ਤੁਹਾਡੇ ਅੱਬਾ ਜੀ ਨੇ ਕੰਮ ਕੀਤਾ ਹੁੰਦਾ, ਜਾਂ ਤੁਹਾਨੂੰ ਆਪਣੀ ਬੇਗਮ ਇੰਨੀ ਚੰਗੀ ਲੱਗਦੀ, ਤੁਹਾਨੂੰ ਇਹ ਗੱਲ ਨੋਰਮਲ ਲੱਗਦੀ। ਹੁਣ ਮੇਰਾ ਮਤਲਬ ਕਿ ਤੁਸੀਂ ਉਦੋਂ ਵਿਆਹ ਕਰਾਉਣ ਲੱਗੇ ਸੋਚ ਲੈਣਾ ਸੀ, ਜੇ ਮੇਰਾ ਮਤਲਬ ਕਿਸੇ ਸਹੀ ਥਾਂ 'ਤੇ ਕਰਾ ਲੈਣਾ ਸੀ। ਖੈਰ, ਇਹ ਜਿਹੜਾ ਆਪਣੇ ਆਪ ਨੂੰ, ਮੇਰਾ ਮਤਲਬ ਕੱਪੜੇ ਲਾ ਕੇ, ਮੇਰਾ ਨੰਗੇ ਹੋ ਕੇ ਪਿੱਟਣ ਡਏ ਨੇ ਸਾਰੇ ਇਮਰਾਨ ਖਾਨ ਦੇ ਵਿਆਹ ਦੇ ਉੱਤੇ, ਵੀ ਤਲਾਕ ਦੇ ਵਿਆਹ ਕਿਉਂ ਕਰ ਲਿਆ। ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਮਸਲਾ ਇੱਕੋ ਹੀ ਹੈ ਵੀ ਇਮਰਾਨ ਖਾਨ ਨੇ ਬੁਸ਼ਰਾ ਬੀਬੀ ਨਾਲ ਵਿਆਹ ਕਿਉਂ ਕਰ ਲਿਆ। ਬਈ ਉਹਨਾਂ ਦਾ ਆਪਸ ਦਾ ਮਸਲਾ ਹੈ। ਜੇ ਤਾਂ ਮੈਂ ਤੁਹਾਨੂੰ ਪੁੱਛਿਆ ਵੀ ਜੇ ਕੋਈ ਅਜ਼ੀਜ਼ਾ ਹੈ, ਕੋਈ ਦਿਲ ਟੁੱਟ ਗਿਆ ਕਿਸੇ ਦਾ, ਕੋਈ ਮਸਲਾ ਬਣ ਗਿਆ, ਉਹ ਨਹੀਂ ਕਿਤੇ ਤੁਹਾਡਾ ਹੋਰ ਚਾਰਾ ਚੱਲਦਾ ਕਿਸੇ ਪਾਸੇ, ਮੇਰੇ ਨਾਲ ਗੱਲ ਕਰੋ, ਮੇਰੀ ਫੋਨ ਕਰਾਓ। ਜਰਨਲ ਸਾਰੇ ਤੁਹਾਡੇ ਜਾਣਨ ਵਾਲੇ ਨੇ, ਮੇਰੀ ਖਾਨ ਸਾਹਿਬ ਨਾਲ ਫੋਨ ਕਰਾਓ। ਇਸਲਾਮ 'ਚ 4 ਦੀ ਇਜਾਜ਼ਤ ਹੈ, ਮੈਂ ਠੀਕ ਆ, ਮੈਨੂੰ ਡਾਂਟ ਦੇਣਗੇ ਅੱਗੋਂ, ਪਰ ਮੈਂ ਗੁਜ਼ਾਰਿਸ਼ ਕਰਾਂਗਾ ਵੀ ਇਹ ਨਾ ਮਰ ਜਾਣਾ ਜੇ। ਅੜੇ ਲੇਲੇ ਬੰਨੇ ਨੇ ਟੀਵੀ ਦੇ ਉੱਤੇ, ਇਹਨਾਂ ਨੇ ਜਿਹੜਾ ਮਿਆਂਕ ਕੇ ਮਰ ਜਾਣਾ ਜੇ ਇਹਨਾਂ ਨੇ। ਤੇ ਬਹਰਹਾਲ ਕਹਿਣ ਦਾ ਮਤਲਬ ਇਹ ਹੈ, ਲੇਕਿਨ ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹਨੇ ਮੇਰਾ ਸਿਰ ਚਕਰਾ ਦਿੱਤਾ ਹੈ, ਤੇ ਮੈਨੂੰ ਕੋਈ ਆਪ ਨਹੀਂ ਸਮਝ ਆਉਣ ਡਈ ਵੀ ਕਿਹੜਾ ਪਾਸਾ ਪੜ੍ਹਾਂ, ਮਤਲਬ ਕਿ ਕਿਹੜਾ ਸਿਰਾ ਫੜਾਂ, ਕਿਹੜੀ ਗੱਲ ਕਿਵੇਂ ਸਮਝਾਂ। ਇਹ ਹੁਣ ਤੁਸੀਂ ਮੈਨੂੰ ਸਮਝਾਉਣੀ ਹੈ ਤੇ ਕਮੈਂਟਸ ਦੇ ਵਿੱਚ ਸਮਝਾਉਣੀ ਵੀ ਰੌਲਾ ਹੈ ਕੀ ਅਸਲ ਦੇ ਵਿੱਚ। ਇਹ ਬਸ ਲਿੱਤਰਾਂ ਦੀ ਕਮੀ ਹੈ ਜਾਂ ਵਾਕਈ ਕੋਈ ਕਨਫਿਊਜ਼ਨ ਹੈ? ਇਹ ਜਿਹੜੀ ਮਚਾਈ ਹੋਈ ਹੈ ਇਹਨਾਂ ਨੇ ਸਾਰੀ ਦੀ ਸਾਰੀ, ਇਸ ਵੇਲੇ ਦੀ ਜਿਹੜੀ ਨੂਨ ਤੇ ਪੀਪਲਸ ਪਾਰਟੀ ਦੇ ਵਜ਼ੀਰ ਮਸ਼ੀਰ ਨੇ, ਭੱਜੇ ਫਿਰਦੇ ਨੇ ਹਰ ਪਾਸੇ ਤੇ ਕਨਫਿਊਜ਼ਨ ਮਚਾਉਂਦੇ ਨੇ। ਆਂਦੇ ਕੀ ਨੇ? ਆਂਦੇ ਨੇ ਕਿ ਜ਼ਾਹਿਰ ਹੈ ਤੁਸੀਂ ਉਹ ਸੁਣੀ ਲਿਆ ਜਿਹੜਾ ਆਰਟੀਕਲ ਆਇਆ ਹੈ, ਉਹਦੇ ਵਿੱਚ ਇੱਕ ਇਕੋਨਮਿਸਟ ਦਾ ਅੱਗੋਂ 1843 ਨਾਮੀ ਇੱਕ ਮੈਗਜ਼ੀਨ ਹੈ, ਉਹਦੇ ਵਿੱਚ ਬੁਸ਼ਰਾ ਬੀਬੀ ਦੇ ਬਾਰੇ ਇੱਕ ਆਰਟੀਕਲ ਲਿਖਵਾਇਆ। ਉਹ ਖੈਰ ਉਹ ਆਰਟੀਕਲ 'ਤੇ ਹਜੇ ਲੋਕੀ ਉੱਤੇ ਗੱਲ ਹੀ ਕਰਨਾ ਸ਼ੁਰੂ ਹੋਏ ਸੀ। ਕਈ ਵਾਰੀ ਆਂਦੇ ਨੇ ਨਾ ਵੀ ਉੜਦਾ ਤੀਰ ਲੈਣਾ, ਜਿਹੜਾ ਵੀ ਉੜਦਾ ਤੀਰ ਫੜਨਾ। ਕਈ ਵਾਰੀ ਬੰਦੇ ਜਿਹੜੇ ਨੇ ਉਹਨਾਂ ਦੀ ਬੇਇੱਜ਼ਤੀ ਹੋਣੀ ਨਹੀਂ ਹੁੰਦੀ, ਪਰ ਉਹ ਹੱਥ ਚੁੱਕ ਕੇ ਆਪੇ ਕਰਾਉਂਦੇ ਨੇ ਵੀ ਮੇਰੀ ਕਰੋ। ਮੇਰੀ ਗੱਲ ਸਮਝਦੇ ਹੋ ਨਾ? ਉਹ ਇੱਕ ਵਾਰੀ ਕੋਈ ਬੰਦਾ ਸੀ ਨਾ, ਤੇ ਉਹਨੇ ਲਤੀਫਾ ਸੁਣਾ ਦਿਆਂ ਤੁਹਾਨੂੰ ਜਾਂਦਾ, ਉਹ ਬੱਸ 'ਚ ਚੜ੍ਹਨ ਲੱਗਾ, ਜਿਸ ਵੇਲੇ ਘਰੋਂ ਨਿਕਲਿਆ ਤੇ ਉਹ ਲੇਟ ਹੋਣ ਡਿਆ ਸੀ, ਤੇ ਬੇਗਮ ਜਿਹੜੀ ਹੈ ਉਹ ਅਲਮਾਰੀ ਖੋਲ੍ਹ ਕੇ ਤੇ ਕੋਈ ਨਵਾਂ ਨਾਲਾ, ਜਿਹਨੂੰ ਉਰਦੂ ਵਾਲੇ ਨਾੜਾ ਆਖਦੇ ਨੇ, ਅਜ਼ਾਰਬੰਦ ਵੀ ਆਖਦੇ ਨੇ, ਉਹ ਨਵਾਂ ਕੋਈ ਨਾਲਾ ਲੱਭਣ ਡਈ ਸੀ ਜਾਂ ਧੋਤਾ ਹੋਇਆ। ਤੇ ਉਹਨੇ ਆਖਿਆ ਵੀ ਕੀ ਲੱਭਦੀ ਹੈ ਭਾਗਵਾਨ ਨੇ, ਮੈਂ ਜਾਣਾ ਛੇਤੀ, ਮੈਂ ਲੇਟ ਹੋਣ ਡਿਆ। ਉਹਨੇ ਆਖਿਆ ਨਾਲਾ ਲੱਭਣ ਡਈ ਹੈ, ਕੋਈ ਧੋਤਾ ਜਾਂ ਨਵਾਂ। ਉਹਨੇ ਕਿਹਾ ਜਿਹੜਾ ਪਹਿਲਾਂ ਪਾਇਆ ਨਾ, ਇਹ ਹੀ ਪਾ ਦੇ ਫੜ ਕੇ, ਇੱਕ ਸ਼ਲਵਾਰ 'ਚ ਦੂਜੀ ਦੇ ਵਿੱਚ, ਸੁੱਥਣ ਵੀ ਆਉਂਦੇ ਨੇ ਪੰਜਾਬੀ ਸ਼ਲਵਾਰ ਨੂੰ। ਉਹਨੇ ਪੁਰਾਣਾ ਹੀ ਜਿਹੜਾ ਗੰਦਾ ਹੀ ਨਾਲਾ ਸੀ ਉਹ ਪਾ ਕੇ ਤੇ ਉਹਨੇ ਦੇ ਦਿੱਤਾ, ਤੇ ਉਹ ਜਾ ਚੜਿਆ ਬੱਸ ਦੇ ਵਿੱਚ। ਅੱਗੇ ਕੰਡਕਟਰ ਨੇ ਆਵਾਜ਼ ਦਿੱਤੀ ਵੀ ਗੰਦੇ ਨਾਲੇ ਵਾਲੇ ਥੱਲੇ ਆ ਜਾਓ। ਉਹ ਤੇ ਕੋਈ ਸਟਾਫ ਦਾ ਨਾਂ ਸੀ, ਗੰਦਾ ਨਾਲਾ ਜ਼ਾਹਿਰ ਹੈ। ਉਹ ਬੰਦੇ ਨੇ ਆਖਿਆ ਵੀ ਯਾਰ ਇਹ ਤੇ ਮੈਨੂੰ ਆਵਾਜ਼ ਦੇ ਦਿੱਤੀ। ਉਹ ਥੱਲੇ ਉਹਨੇ ਉੱਥੇ ਉਤਰਨਾ ਨਹੀਂ ਸੀ, ਲੇਕਿਨ ਉਹ ਗਰੀਬ ਥੱਲੇ ਉਤਰ ਕੇ ਖਲੋ ਗਿਆ, ਬੱਸ ਗਾਂਹ ਚੱਲ ਪਈ। ਤੇ ਉਹ ਫਿਰ ਬਾਅਦ ਦੇ ਵਿੱਚ ਉਹਨੂੰ ਕਿਸੇ ਨੇ ਦੱਸਿਆ ਵੀ ਯਾਰ ਇਸ ਗੰਦੇ ਨਾਲੇ 'ਤੇ ਨਹੀਂ ਸੀ ਉਤਰਨਾ, ਇਹ ਤੇਰੇ ਨਾਲੇ ਦੀ ਗੱਲ ਨਹੀਂ ਸੀ ਹੋਣ ਡਈ, ਸਟਾਫ ਦੀ ਗੱਲ ਹੋਣ ਡਈ ਸੀ। ਉਹੀ ਗੱਲ ਸਰਕਾਰੀ ਹਾਜਨ ਸਾਹਿਬਾਂ ਨਾਲ ਹੋਇਆ ਕਿ ਜਿਸ ਵੇਲੇ ਇਹ ਗੰਦਾ ਆਰਟੀਕਲ ਉਹ ਦੁਬਾਰਾ ਆਇਆ ਬੁਸ਼ਰਾ ਬੀਬੀ ਦੇ ਖਿਲਾਫ, ਜਿਹੜਾ ਲਿਖਦੇ ਨੇ ਕਿ ਜੀ ਜਾਦੂ ਕਰਦੀ ਹੈ, ਫਲਾਨਾ ਕਰਦਾ। ਇਹ ਤਾਂ ਤੁਸੀਂ ਵੇਖ ਹੀ ਚੁੱਕੇ ਹੋ, ਪਹਿਲਾਂ ਦੇ ਕੇ ਉਹ ਫੈਸਲ ਬਾਡਾ ਸਾਹਿਬ ਵੀ ਕਹਿ ਚੁੱਕੇ ਨੇ ਕਿ ਇਮਰਾਨ ਖਾਨ ਉਦੋਂ ਹੀ ਬਚੇਗਾ ਜਦੋਂ ਬੁਸ਼ਰਾ ਬੀਬੀ ਨੂੰ ਤਲਾਕ ਦੇਗਾ। ਰੌਲਾ ਬੁਸ਼ਰਾ ਬੀਬੀ ਦੇ ਵਿਆਹ ਦਾ ਹੈ, ਮਤਲਬ ਕਿ ਬੁਸ਼ਰਾ ਬੀਬੀ ਨਾਲ ਇਮਰਾਨ ਖਾਨ ਨੇ ਨਿਕਾਹ ਕਿਉਂ ਕੀਤਾ, ਇਸ ਗੱਲ ਦਾ ਰੌਲਾ ਹੈ। ਤੇ ਮੀਡੀਆ ਵਾਲੇ ਤੇ ਕੱਲ੍ਹ ਜੀਓ ਦੇ ਉੱਤੇ ਜਿਹੜਾ 9 ਵਜੇ ਦਾ ਬੁਲੇਟਿਨ ਸੀ, ਉਹ ਕੋਈ 60 ਮਿੰਟਾਂ ਦੇ ਵਿੱਚੋਂ 50 ਮਿੰਟ ਇਹੀ ਖਬਰ ਰਹੀ। ਐਕਸਪ੍ਰੈਸ, ਸਮਾਂ, ਕਿਹੜੀ ਤੁਸੀਂ ਦੁਨੀਆ ਕਿਹੜੀ ਸੁਣੋ ਅੱਗੋਂ। ਬੁਸ਼ਰਾ ਬੀਬੀ ISI ਵਾਸਤੇ ਕੰਮ ਕਰਦੀ ਸੀ। ਆਰਟੀਕਲਾਂ ਦੇ ਵਿੱਚ ਕੀ ਲਿਖਦੇ ਨੇ ਕਿ ਬੁਸ਼ਰਾ ਬੀਬੀ ISI ਵਾਸਤੇ ਕੰਮ ਕਰਦੀ ਸੀ। ਫਿਰ ਕਹਿੰਦੇ ਨੇ ਨਹੀਂ, ISI ਬੁਸ਼ਰਾ ਬੀਬੀ ਵਾਸਤੇ ਕੰਮ ਕਰਦੀ ਸੀ। ਤੁਹਾਨੂੰ ਲੱਗੇਗਾ ਮੈਂ ਆਪਣੇ ਕੋਲੋਂ ਨਹੀਂ, ਇੱਕ ਆਰਟੀਕਲ 'ਚ ਇਹ ਸ਼ਾ ਲਿਖਦੇ ਨੇ, ਦੂਜੇ 'ਚ ਇਹ ਸ਼ਾ ਲਿਖਦੇ ਨੇ। ਇੱਕ ਵਾਰੀ ਇਹ ਕਹਿੰਦੇ ਨੇ ਕਿ ਬੁਸ਼ਰਾ ਬੀਬੀ ISI ਵਾਸਤੇ ਕੰਮ ਕਰਦੀ ਸੀ, ਦੂਜੀ ਵਾਰੀ ਆਉਂਦੇ ਨੇ ਨਹੀਂ, ISI ਬੁਸ਼ਰਾ ਬੀਬੀ ਵਾਸਤੇ ਕੰਮ ਕਰਦੀ ਸੀ। ਅੱਛਾ ਜੀ, ਠੀਕ ਹੈ। ਅੱਛਾ, ਹੁਣ ਜਿਹੜਾ ISI ਦਾ ਸਰਬਰਾਹ ਹੈ ਉਹ ਬੁਸ਼ਰਾ ਬੀਬੀ ਦੀ ਕਰਪਸ਼ਨ ਦੇ ਬਾਰੇ ਸਬੂਤ, ਮਤਲਬ ਕਿਉਂਕਿ ਆਪੇ ਦੱਸਣ ਡਏ ਨੇ ਵੀ ISI ਬੁਸ਼ਰਾ ਬੀਬੀ ਵਾਸਤੇ ਕੰਮ ਕਰਦੀ ਸੀ ਜਾਂ ਬੁਸ਼ਰਾ ਬੀਬੀ ISI ਵਾਸਤੇ ਕੰਮ ਕਰਦੀ ਸੀ। ਇਹ ਦੋ ਅਲੱਗ-ਅਲੱਗ ਗੱਲਾਂ ਨੇ, ਲੇਕਿਨ ਚਲੋ ਹੁਣ ਅਗਲੀ ਤੀਜੀ ਗੱਲ ਕਰਦੇ ਨੇ ਕਿ ਜਿਹੜੇ ਉਸ ਵੇਲੇ ਆਸਿਮ ਮੁਨੀਰ ਸਾਹਿਬ ISI ਦੇ ਹੈੱਡ ਸਨ, ਉਹ ਬੁਸ਼ਰਾ ਬੀਬੀ ਦੀ ਕਰਪਸ਼ਨ ਦੇ ਸਬੂਤ ਵਜ਼ੀਰ ਆਜ਼ਮ ਕੋਲ ਲੈ ਗਏ ਤੇ ਉਹਨਾਂ ਨੇ ISI ਦਾ ਚੀਫ ਖਤਮ ਕਰ ਦਿੱਤਾ।
ਹਟਾਤਾ। ਬਈ ਇਹ ਕਿਹੜੀ ISI ਸੀ ਜਿਹੜੀ ਬੁਸ਼ਰਾ ਬੀਬੀ ਵਾਸਤੇ ਕੰਮ ਕਰਦੀ ਸੀ, ਜਾਂ ਬੁਸ਼ਰਾ ਬੀਬੀ ਉਹਦੇ ਵਾਸਤੇ ਕੰਮ ਕਰਦੀ ਸੀ, ਕਿ ISI ਉਹਦੀ ਕਰਪਸ਼ਨ ਦੇ ਸਬੂਤ ਵਜ਼ੀਰ ਆਜ਼ਮ ਕੋਲ ਲੈ ਗਿਆ? ਮੇਰਾ ਤਾਂ ਸਿਰ ਭੌਂ ਗਿਆ, ਮੈਨੂੰ ਤਾਂ ਨਹੀਂ ਸਮਝ ਆਉਣ ਡਈ। ਅੱਗੇ ਸੁਣ ਲਓ। ਫਿਰ ਬੁਸ਼ਰਾ ਬੀਬੀ ਨੇ ISI ਦੇ ਸਰਬਰਾਹ ਆਸਿਮ ਮੁਨੀਰ ਨੂੰ ਨੌਕਰੀ ਤੋਂ ਹਟਵਾਤਾ। ਉਹ ਚੇਤਾ ਨਾ, ਮੈਂ ਤੁਹਾਨੂੰ ਇੱਕ ਮਿਸਾਲ ਦਿੱਤੀ ਸੀ, ਬੰਦਾ ਮੰਜੀ ਮੰਗਣ ਗਿਆ, ਉਹਨੇ ਕਿਹਾ ਸਾਡੇ ਕੋਲ 2 ਹੀ ਮੰਜੀਆਂ ਨੇ, ਇੱਕ ਤੇ ਮੈਂ ਤੇ ਮੇਰਾ ਅੱਬਾ ਸੌਂਦੇ ਆ, ਮੁੰਡੇ ਨੇ ਕਿਹਾ, ਤੇ ਇੱਕ ਤੇ ਮੇਰੀ ਬੁੱਢੀ ਤੇ ਮੇਰੀ ਮਾਂ ਸੌਂਦੇ ਨੇ। ਉਹਨੇ ਕਿਹਾ ਪੁੱਤਰ ਮੰਜੀ ਨਹੀਂ ਦੇਣੀ, ਨਾ ਦਿਓ, ਪਰ ਆਪਣੀ ਤਰਤੀਬ ਤੇ ਸਿੱਧੀ ਕਰੋ। ਯਾਰ ਤੁਸੀਂ ਵੀ ਠੀਕ ਹੈ, ਮੈਂ ਸਮਝ ਗਿਆ ਵੀ ਤੁਸੀਂ ਬਿਲਕ ਰਹੇ ਜੇ, ਤੁਹਾਡਾ ਬੜਾ ਮਾੜਾ ਹਾਲ ਹੈ, ਲੇਕਿਨ ਯਾਰ ਆਪਣੀ ਤਰਤੀਬ ਤੇ ਸਿੱਧੀ ਕਰੋ, ਤੁਹਾਡੀ ਮਿਹਰਬਾਨੀ। ਅੱਛਾ ਜੀ, ਅੱਗੇ ਆਓ ਜੀ। ਆਪਣੇ ਗਏ ਨੇ ਸ਼ਹਬਾਜ਼ ਸ਼ਰੀਫ ਸਾਹਿਬ ਨਿੱਕਾ ਜੀ ਉੱਥੇ ਬ੍ਰਿਟਿਸ਼ ਅੰਬੈਸੀ ਦੇ ਵਿੱਚ। ਉੱਥੇ ਉਹ ਮੈਂ ਤੁਹਾਨੂੰ ਅੱਗੇ ਦੱਸਿਆ ਤਾਂ ਸੀ ਕਿ ਉਹ ਜਿਹੜੀ ਬ੍ਰਿਟਿਸ਼ ਅੰਬੈਸਡਰ ਨੇ ਉਹ ਬੜੀ ਲੰਬੀ ਨੇ, ਅਤੇ ਲੇਕਿਨ ਪੌੜੀ ਨਹੀਂ ਨਾਲ ਲੈ ਕੇ ਗਏ, ਲੇਕਿਨ 1/2 ਹੀ ਸੀ ਕੰਮ ਉੱਤੇ। ਮਤਲਬ ਹੈ ਕਿ ਸ਼ੁਕਰ ਹੈ ਉਹਨਾਂ ਦੇ ਮੂੰਹ 'ਚ ਉਹਨਾਂ ਕੇਕ ਨਹੀਂ ਪਾਇਆ, ਪਾ ਨਹੀਂ ਸਕਦੇ। ਅਗਰ ਪਾ ਸਕਦੇ ਹੁੰਦੇ ਹੱਥ ਅੱਪੜਦਾ ਸ਼ਹਬਾਜ਼ ਸ਼ਰੀਫ ਦਾ, ਤੇ ਉਹਨਾਂ ਨੇ ਖਵਾ ਦੇਣਾ ਸੀ ਉਹਨਾਂ ਨੂੰ ਵੀ ਕੇਕ। ਜਿਹੜੇ ਪਿਛਲਾ ਅੰਬੈਸਡਰ ਸੀ ਉਹਦਾ ਕੱਦ ਸ਼ਹਬਾਜ਼ ਸ਼ਰੀਫ ਸਾਹਿਬ ਤੋਂ ਥੋੜ੍ਹਾ ਉੱਚਾ ਸੀ, ਅਤੇ ਇਸ ਲਈ ਉੱਥੇ ਕੰਮ ਬਣ ਗਿਆ। ਇੱਥੇ ਜ਼ਰਾ ਸ਼ਹਬਾਜ਼ ਸ਼ਰੀਫ ਸਾਹਿਬ ਨੇ ਵੜਾਵਾਂ ਕੀਤਾ, ਵਰਨਾ ਮੁਲਕੋ ਕੌਮ ਦੀ ਇੱਜ਼ਤ ਦੀ ਜਿਹੜੀ ਹੈ ਉਹ ਤੁਹਾਨੂੰ ਯਾਦ ਨਹੀਂ ਕਿ ਉਹਨਾਂ ਸਦਰ ਟਰੰਪ ਨੂੰ ਸਲੂਟ ਠੋਕ ਦਿੱਤਾ ਸੀ। ਮੈਂ ਪਹਿਲਾਂ ਵੀ ਇੱਕ ਬੰਦੇ ਨੂੰ ਵੇਖਿਆ, IG ਨੇ ਉਹਨੂੰ ਸਲੂਟ ਮਾਰਿਆ, ਉਹਨੇ ਵਾਪਸ IG ਨੂੰ ਸਲੂਟ ਮਾਰਤਾ। ਚਲੋ ਮੈਂ ਤੁਹਾਨੂੰ ਦੱਸਦਾ ਨਹੀਂ, IG ਨੇ ਮੇਰੀ ਮੌਜੂਦਗੀ 'ਚ ਉਹ ਬੰਦੇ ਨੂੰ ਸਲੂਟ ਮਾਰਿਆ, ਉਹਨੇ ਵਾਪਸ IG ਨੂੰ ਸਲੂਟ ਮਾਰ ਦਿੱਤਾ। ਅੱਛਾ ਖੈਰ, ਅੱਗੇ ਚੱਲਦੇ। ਅਗਲੀ ਖਬਰ ਇਹ ਹੈ ਜੀ ਕਿ ਕੌਮ ਗਮਗੀਨ ਹੈ। ਡਿਪਟੀ ਵਜ਼ੀਰ ਆਜ਼ਮ ਇਸਾਕ ਡਾਰ ਸਾਹਿਬ ਨੇ ਕੌਮ ਨੂੰ ਰਾਜ਼ੀ ਕਰਨ ਵਾਸਤੇ ਇੱਕ ਦੁਆ ਸ਼ੇਅਰ ਕੀਤੀ ਹੈ। ਬਸ ਕੌਮ ਨੂੰ ਦੁਆਵਾਂ ਦਿਓ, ਕੌਮ ਨੂੰ ਦਿਓ ਦੁਆਵਾਂ, ਅਤੇ ਆਪ ਆਪਣੇ ਜਿਹੜੇ ਪੁੱਠੇ ਸਿੱਧੇ ਕੰਮ ਨੇ ਨਾ, ਇਹ ਹੁਣ ਤੁਸੀਂ ਮੇਰੀ ਥੋੜ੍ਹੀ ਗੱਲ ਕਹੀ ਨੂੰ ਬਹੁਤਾ ਸਮਝਣਾ। ਤੁਸੀਂ ਮੇਰੀ ਥੋੜ੍ਹੀ ਗੱਲ ਕਹੀ ਨੂੰ, ਮੈਂ ਆਵਾਮ ਦੀ ਗੱਲ ਕਰ ਰਿਹਾ, ਤੁਹਾਡੀ ਗੱਲ ਸਾਰਿਆਂ ਦੀ, ਥੋੜ੍ਹੀ ਕਹੀ ਬਹੁਤੀ ਸਮਝਣਾ ਹੈ। ਜਿਹੜਾ ਮਨਜ਼ੂਰ ਤੂੰ ਬੜਾ ਹੱਸਣ ਡਿਆ ਨਾ ਮੇਰੀ ਗੱਲ ਸਮਝ ਕੇ, ਮੈਨੂੰ ਪਤਾ ਤੈਨੂੰ ਪਹਿਲਾਂ ਹੀ ਸਮਝ ਆ ਗਈ ਹੈ ਸਾਰੀ ਗੱਲ, ਬੜਾ ਹੱਸਣ ਡਿਆ ਤੂੰ, ਲੇਕਿਨ ਭਾਰਤ ਦੂਸਰਿਆਂ ਨੂੰ ਵੀ ਸਮਝਣ ਦੇ, ਜ਼ਰਾ ਟੇਕ ਕੇ ਬਹਿ। ਇਹ ਵਜ਼ੀਰ ਆਜ਼ਮ, ਡਿਪਟੀ ਵਜ਼ੀਰ ਆਜ਼ਮ ਸਾਹਿਬ ਜਾਂ ਦੂਸਰੇ ਜਿਹੜੇ ਨੇ ਨਾ, ਇਹ ਗੱਡੀਆਂ ਵੀ ਸਰਕਾਰੀ ਚਲਾਉਂਦੇ ਨੇ, ਤੁਹਾਨੂੰ ਪਤਾ ਹੀ ਹੈ, ਉਹਦੇ 'ਚ ਤੇਲ ਵੀ ਸਰਕਾਰੀ ਹੁੰਦਾ, ਘਰ ਵੀ ਇਹਨਾਂ ਦੇ ਸਰਕਾਰੀ ਨੇ। ਫਿਰ ਨਾ ਜਿਹੜੇ ਯਾਰ, ਇਹ ਤੁਹਾਨੂੰ ਤੁਸੀਂ ਗੱਲ ਆਪੇ ਸਮਝ ਆਣੀ ਹੈ, ਜਿਹੜੇ ਯਾਰ ਬੇਲੀ ਰੱਖੇ ਨੇ ਨਾ ਇਹਨਾਂ ਦਾ ਦਿਲ ਪਿਸ਼ੌਰੀ ਕਰਨ ਲਈ, ਉਹਨਾਂ ਨੂੰ ਵੀ ਇਹ ਸਰਕਾਰ 'ਚ ਕਿਸੇ ਨੂੰ ਐਡਵਾਈਜ਼ਰ ਬਣਾਤਾ, ਕਿਸੇ ਨੂੰ ਕੁਝ ਹੋਰ ਬਣਵਾਤਾ, ਕਿਸੇ ਨੂੰ ਮੈਂਬਰ ਬਣਵਾਤਾ ਸੈਨੇਟ ਦਾ, ਕਿਸੇ ਨੂੰ MNA ਬਣਵਾਤਾ। ਅਤੇ ਮੇਰਾ ਮਤਲਬ ਉਹਨਾਂ ਦੀ ਵੀ ਤਨਖਾਹ ਵੀ ਤੁਸੀਂ ਦੇਣੀ ਹੈ, ਸਰਕਾਰ ਨਹੀਂ ਮਤਲਬ ਆਵਾਮ ਨਹੀਂ, ਉਹਨਾਂ ਦੀ ਗੱਡੀ ਵੀ ਤੁਸੀਂ ਦੇਣੀ ਹੈ, ਉਹਨਾਂ ਨੇ ਰਹਿਣ ਨੂੰ ਥਾਂ ਵੀ ਦੇ ਦੇਣਾ ਹੈ ਉਹਨਾਂ ਨੂੰ। ਮੇਰਾ ਮਤਲਬ ਹੈ ਕਿ ਇਹਨਾਂ ਦੀ ਹਰ ਸ਼ਾਇਦ ਤੁਸੀਂ ਪੂਰੀ ਕਰਨੀ ਹੈ। ਸਰਕਾਰੀ ਸਾਂਢ ਨੇ, ਉਹ ਪੁਰਾਣੇ ਜ਼ਮਾਨੇ 'ਚ ਅੰਗਰੇਜ਼ ਸਰਕਾਰ ਨੇ ਸਾਂਢ ਰੱਖੇ ਹੁੰਦੇ ਸਨ ਨਾ, ਸਰਕਾਰੀ ਸੰਡੇ, ਕਿਸੇ ਪਾਸੇ ਵੀ ਜਾ ਵੜਦੇ ਸਨ। ਇਹ ਜਿਹੜੇ ਇਸਾਕਦਾਰ ਹੋਣੀ ਨੇ ਨਾ, ਸਾਰੇ ਸੱਜਣ ਇਹੋ ਜਿਹੇ, ਮਤਲਬ ਪਾਰਲੀਮੈਂਟੇਰੀਅਨ ਦੀ ਗੱਲ ਕਰ ਰਿਹਾ, ਦੀ ਇਕੱਲੇ ਦੀ ਤਾਂ ਨਹੀਂ, ਇਸਾਕਦਾਰ ਸਾਹਿਬ ਦੀ ਇਕੱਲਿਆਂ ਦੀ ਗੱਲ ਨਹੀਂ ਕਰ ਰਿਹਾ, ਸਾਰਿਆਂ ਦੀ। ਇਹ ਸਰਕਾਰੀ ਸਾਂਢ ਨੇ, ਜਿੱਧਰ ਜਾ ਮਰਜ਼ੀ ਵੜਦੇ। ਇਹਨਾਂ ਦੀ ਹਰ ਸ਼ੌਕ ਜਿਹੜੇ ਨੇ ਨਾ, ਪੁੱਠੇ ਸ਼ੌਕ ਨੇ, ਅੱਛੇ ਸ਼ੌਕ ਨੇ, ਉਹ ਸਾਰੇ ਤੁਸੀਂ ਪੂਰੇ ਕਰਨੇ। ਉਹ ਯਾਦ ਨਹੀਂ ਬਾਬਾ ਡੋਕਾ ਜੀ, ਕਾਸਮੀ ਸਾਹਿਬ, ਬਾਬਾ ਡੋਕਾ ਜੀ ਆਪਣੇ ਜਿਹੜੇ PTV ਦੇ ਚੇਅਰਮੈਨ ਬਣੇ ਸੀ, ਉਹ ਉੱਥੋਂ ਵਿਆਗਰਾ ਵੀ ਸਰਕਾਰੀ ਪੈਸਿਆਂ ਤੋਂ ਹੀ ਲੈਂਦੇ ਰਹੇ, ਬਾਕੀ ਸਾਰਾ ਕੰਮ ਵੀ ਉਹਨਾਂ 'ਤੇ ਇਲਜ਼ਾਮਾਤ ਨੇ ਵੀ ਉਹ ਲੈਂਦੇ ਰਹੇ। ਬਾਅਦ 'ਚ ਸੁਪਰੀਮ ਕੋਰਟ ਨੇ ਪੁੱਛਿਆ ਵੀ ਬਾਬਾ ਤੂੰ ਇੰਨੀ ਵਿਆਗਰਾ ਖਾ ਕੇ ਕਰਦਾ ਕੀ ਸੇ, ਮਰਨਾ ਹੈ ਤੂੰ ਇਸ ਉਮਰੇ ਬਾਹਰ। ਉਹ ਤਾਂ ਚਲੋ ਉਹਨਾਂ ਦਾ ਕੰਮ ਹੈ ਵੀ ਕੀ ਕਰਦੇ ਸਨ ਉਹ। ਇਹ ਵੈਸੇ ਜਿਹੜੇ ਝੂਠੇ ਨੇ ਦਿਲ ਕਰੇ ਕਹਿਣ ਕਿ ਜੀ ਮੈਂ ਤਾਂ ਬਸ, ਚਲੋ ਛੱਡੋ। ਅੱਛਾ ਖੈਰ, ਜਸਟਿਸ ਅਤਰ ਮੰਨਲਾ ਸਾਹਿਬ ਦੀ ਜਿਹੜੀ ਵਾਲਦਾ ਸਾਹਿਬਾ ਸਨ, ਉਹ ਜਨਰਲ ਜ਼ਿਆਉਲ ਹਕ ਦੀ ਮਜਲਿਸੇ ਸ਼ੂਰਾ ਦੇ ਵਿੱਚ ਸ਼ਾਮਿਲ ਸਨ। ਇਹ ਕਹਿ ਕੌਣ ਰਿਹਾ? ਉਹ ਆਉਂਦੇ ਨਾ ਬਸ਼ਰਮ ਦੇ ਪਿਛਵਾੜੇ ਰੁੱਖ ਗਿਆ, ਉਹਨੇ ਕਿਹਾ ਚੱਲ 4 ਯਾਰ ਛਾਵੀਂ ਬਹਿਣਗੇ। ਇਹ ਕੌਣ ਕਹਿਣ ਡਿਆ? ਇਹ ਸਿਆਲਕੋਟੀ ਰੰਗਬਾਜ਼ ਖਵਾਜਾ ਆਸਿਫ ਕਹਿਣ ਡਿਆ, ਜਿਨ੍ਹਾਂ ਦੇ ਅੱਬਾ ਜੀ ਆਪ ਉਹਨਾਂ ਦੀ ਇੱਕ ਕਿਸਮ ਦੀ ਮਜਲਿਸੇ ਸ਼ੂਰਾ ਦੇ ਮੈਂਬਰ ਸਨ। ਵੇਖੋ ਤਾਨਾ ਜਿਹੜਾ ਉਹ ਕੌਣ ਦੇ ਰਿਹਾ? ਜਸਟਿਸ ਅਤਰ ਮੰਨਲਾ ਸਾਹਿਬ ਨੂੰ, ਜਿਹਦੇ ਆਪਣੇ ਘਰ ਇਹੀ ਹਾਲ ਸੀ। ਅਤੇ ਨਾਲ ਐਹਸਨ ਇਕਬਾਲ ਸਾਹਿਬ ਜਿਹੜੇ ਨੇ, ਉਹਨਾਂ ਦੀ ਵਾਲਦਾ ਸਰਈਆ ਆਪਾ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਮੈਂ ਉਹਨਾਂ ਦਾ ਇਹਤਰਾਮ ਕਰਨਾ। ਉਹ ਵੀ ਐਹਸਨ ਇਕਬਾਲ ਸਾਹਿਬ ਵੀ ਮਾਸ਼ਾਅੱਲਾ ਇਹੀ ਕਹਿੰਦੇ ਨੇ, ਹਾਲਾਂਕਿ ਉਹ ਵੀ ਕਿਚਨ ਕੈਬਨਿਟ ਦੇ ਮੈਂਬਰ ਹੀ ਸਨ, ਉਹਨਾਂ ਦੀ ਵਾਲਦਾ ਵੀ। ਅਤੇ ਲੇਕਿਨ ਮਤਲਬ ਉਹ ਵੀ ਇਹੋ ਜਿਹੀ ਤਾਨੇ ਦਿੰਦੇ ਨੇ ਦੂਜਿਆਂ ਨੂੰ। ਇਹਨਾਂ ਦੀ ਹਾਲਤ ਤੁਸੀਂ ਆਪ ਚੈੱਕ ਕਰ ਲਓ। ਅਤੇ ਅੱਗੋਂ ਤੁਹਾਨੂੰ ਪਤਾ ਹੀ ਕਿ ਨਵਾਜ਼ ਸ਼ਰੀਫ ਸਾਹਿਬ ਅਤੇ ਉਹਨਾਂ ਦੇ ਵੈਸੇ ਹੀ ਵਿਰਾਸਤ ਉਹਨਾਂ ਨੂੰ ਹੀ ਲੱਭੀ ਹੈ, ਜ਼ਿਆਉਲ ਹਕ ਸਾਹਿਬ ਦੀ ਸਾਰੀ। ਅਤੇ ਉਹ ਤਾਂ ਇਹ ਵੀ ਐਲਾਨ ਕਰਦੇ ਰਹੇ ਨੇ ਕਿ ਮੈਂ ਉਹਨਾਂ ਦਾ ਜਿਹੜਾ ਪੂਰਾ ਮਿਸ਼ਨ ਹੈ ਉਹ ਮੈਂ ਪੂਰਾ ਕਰਨਾ। ਅੱਛਾ, ਉਹ ਜਿਹੜੀ ਤਸਕੀਨ ਹੈ ਨਵੀਂ, ਜਿਹੜੀ ਬਾਜੀ ਸਾਡੀ ਇੱਕ ਨਵੀਂ ਤਸਕੀਨ ਆਈ ਹੈ ਮਾਰਕੀਟ ਦੇ ਵਿੱਚ, ਆਪਣਾ ਬੁਸ਼ਰਾ ਤਸਕੀਨ ਨਾਂ, ਜਿਹਨੇ ਆਰਟੀਕਲ ਲਿਖ ਮਾਰਿਆ, ਉਹ ਹੁਣ ਇੱਕ ਤਸਵੀਰ ਵਾਇਰਲ ਹੋਈ ਫਿਰਦੀ ਹੈ। ਉਹ ਕਹਿੰਦੇ ਨੇ ਵੀ ਜੀ ਉਹ ਤਸਵੀਰ ਜਿਹੜੀ ਹੈ ਉਹਦੇ, ਹੁਣ ਮੈਨੂੰ ਨਹੀਂ ਪਤਾ ਉਹਦੇ 'ਚ ਹੈ ਜਾਂ ਨਹੀਂ ਹੈ, ਲੇਕਿਨ ਸਾਰੇ ਆਉਂਦੇ ਨੇ ਉਹਦੇ 'ਚ ਵੀ ਬਾਜੀ ਤਸਕੀਨ ਹੈ। ਮੈਨੂੰ ਤਾਂ ਨਹੀਂ ਨਜ਼ਰ ਆਉਣ ਡਈ। ਇੱਧਰ ਵੇਖੋ ਜ਼ਰਾ ਇਹ ਤਸਵੀਰ ਜਿਹੜੀ ਹੈ ਆਪਣੀ, ਕਈ ਬੰਦੇ ਆਖਣ ਡਏ ਨੇ ਵੀ ਇਹਦੇ 'ਚ ਤਸਕੀਨ, ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਉਣ ਡਈ ਇਸ ਤਸਵੀਰ 'ਚ, ਮੇਰੇ ਇਲਮ 'ਚ ਨਹੀਂ ਵੀ ਇਹ ਕਿਸ ਹਿਸਾਬ ਦੇ ਨਾਲ ਲੋਕੀ ਆਉਂਦੇ ਨੇ। ਲੇਕਿਨ ਉਹ ਫਿਰ ਲੋਕਾਂ ਨੇ ਆਖਿਆ, ਮੈਂ ਵੀ ਟਵੀਟ ਕੀਤਾ ਕਿ ਯਾਰ ਇਸ ਤਸਵੀਰ 'ਚ ਤਸਕੀਨ ਹੈ। ਮੈਂ ਚਾਹੁੰਦਾ ਸੀ ਵੀ ਲੋਕੀ ਲੱਭ ਕੇ ਦੱਸਣ ਵੀ ਕਿੱਥੇ ਤਸਕੀਨ ਹੈ। ਜਾਂ ਹੋ ਸਕਦਾ ਵੀ ਤਸਕੀਨ ਇੱਕ, ਉਹ ਤਸਕੀਨ ਬੀਬੀ ਦੀ ਗੱਲ ਨਹੀਂ ਕਰਨ ਡਏ, ਉਹ ਮੇਰਾ ਖਿਆਲ ਹੈ ਕਿ ਜਿਹੜੀ ਉਹ ਤਸਵੀਰ ਦੇ ਉੱਤੇ ਜਿਹੜਾ ਆਪਣਾ ਜਿਹੜਾ ਹੈ ਨਾ, ਆਪਣੇ ਪਰਵੇਜ਼ ਰਸ਼ੀਦ ਸਾਹਿਬ, ਉਹਨਾਂ ਦੇ ਚਿਹਰੇ ਦੇ ਉੱਤੇ ਜਿੰਨਾ ਸਕੂਨ ਹੈ, ਜਿੰਨਾ ਫੋਕਸ ਕੀਤਾ ਹੈ ਉਹਨਾਂ ਨੂੰ। ਤੁਸੀਂ ਕਦੇ ਸੂਈ 'ਚ ਧਾਗਾ ਪਾਇਆ? ਤੁਹਾਡੇ 'ਚੋਂ ਕਿਸੇ ਨੇ ਸੂਈ 'ਚ ਧਾਗਾ ਪਾਇਆ? ਜਦੋਂ ਤੁਸੀਂ, ਅਗਰ ਤੁਹਾਨੂੰ ਯਕੀਨ ਨਹੀਂ ਤਾਂ ਅੱਜ ਸੂਈ 'ਚ ਧਾਗਾ ਪਾ ਕੇ ਵੇਖ ਲਾ, ਇੰਝ ਹੀ ਤੁਹਾਡਾ ਇਹੋ ਜਿਹਾ ਮੂੰਹ ਬਣਨਾ ਜਿਹੋ ਜਿਹਾ ਪਰਵੇਜ਼ ਰਸ਼ੀਦ ਸਾਹਿਬ ਦਾ। ਐਡਾ ਜਦੋਂ ਬੰਦਾ ਇਨਹਮਾਕ ਦੇ ਨਾਲ ਕੰਮ ਕਰੇ ਨਾ, ਐਡੇ ਗੂੜੇ ਤਰੀਕੇ ਨਾਲ ਬੰਦਾ ਕੰਮ ਕਰੇ, ਫੋਕਸ ਕਰਕੇ, ਮਤਲਬ ਤੁਸੀਂ ਵੇਖੋ ਵੀ ਉਹਨਾਂ ਕਿਸ ਤਰ੍ਹਾਂ ਥੱਲੇ ਵੇਖ ਰਹੇ ਨੇ, ਭਾਵੇਂ ਧੌਣ ਟੁੱਟ ਜਾਏ, ਉਹ ਸੂਈ ਥੱਲੇ ਹੈ ਨਾ, ਉਹ ਧਾਗਾ ਪਾ ਰਹੇ ਨੇ ਥੱਲੇ ਸੂਈ 'ਚ। ਅਤੇ ਉਹ ਮੇਰਾ ਮਤਲਬ ਕਹਿਣ ਦਾ ਹੈ ਕਿ ਉਹ ਮੇਰਾ ਖਿਆਲ ਹੈ ਕਿ ਉਹ ਜਦੋਂ, ਕਿਉਂਕਿ ਕਾਮਯਾਬ ਹੋ ਰਹੇ ਨੇ ਸੂਈ 'ਚ ਧਾਗਾ ਪਾਉਣ 'ਚ,
ਮਤਲਬ ਕੋਈ ਬਟਨ ਸ਼ਟਨ ਟੁੱਟਾ ਹੋਏਗਾ, ਉਹ ਲਾਉਣਾ ਹੋਏਗਾ, ਹੋਰ ਉਹਨਾਂ ਨੇ ਸੂਈ 'ਚ ਧਾਗਾ ਪਾ ਕੇ ਉੱਤੇ ਕਿਹੜਾ ਬੋਰੀਆਂ ਲੰਗੰਦਣੀਆਂ ਸਨ। ਲੰਗੰਦਣੀਆਂ ਆਉਂਦੇ ਨੇ ਜਿਹਨੂੰ ਜਿਹੜਾ ਲੰਮਾ ਤਰੋਪਾ ਲਾਉਣਾ ਹੋਵੇ ਨਾ, ਰਜ਼ਾਈ ਨੂੰ, ਬੋਰੀ ਨੂੰ, ਕਿਸੇ ਸ਼ੈ ਨੂੰ ਵੀ ਲੰਮਾ ਟਾਂਕਾ ਲਾਉਣਾ ਹੋਵੇ ਅਤੇ ਉਹਨੂੰ ਸੀਣਾ ਨਹੀਂ ਆਉਂਦੇ, ਲੰਗੰਦਣਾ ਆਉਂਦੇ ਨੇ। ਉਹਨਾਂ ਕਿਹੜਾ ਉੱਤੇ ਕੋਈ ਰਜ਼ਾਈਆਂ ਜਾਂ ਬੋਰੀਆਂ ਲੰਗੰਦਣੀਆਂ ਸਨ, ਉਹ ਮੇਰਾ ਮਤਲਬ ਪਤਲਾ ਧਾਗਾ ਹੀ ਪਾਇਆ ਹੋਣਾ, ਕਿਹੜਾ ਉਹਨਾਂ ਨੇ ਕੋਈ ਸੇਬੇ ਵਾਲਾ ਮੋਟਾ ਧਾਗਾ ਪਾਇਆ ਹੋਣਾ ਸੂਈ ਦੇ ਵਿੱਚ, ਪਤਲਾ ਹੀ ਧਾਗਾ ਹੋਣਾ ਜਿਹੜਾ ਉਹਨਾਂ ਪਾ ਕੇ। ਲੇਕਿਨ ਕਹਿਣ ਦਾ ਮਤਲਬ ਮੇਰਾ ਇਹ ਹੈ ਤੁਹਾਡੇ ਸਾਹਮਣੇ ਕਿ ਉਹ ਆਉਂਦੇ ਨੇ ਵੀ ਜੀ ਇਸ ਤਸਵੀਰ 'ਚ ਤਸਕੀਨ ਹੋ, ਮੇਰੇ ਖਿਆਲ ਉਹਦੇ ਚਿਹਰੇ 'ਤੇ ਜਿਹੜੀ ਤਸਕੀਨ ਹੈ ਨਾ ਉਹਦੀ ਗੱਲ ਕਰ ਰਹੇ ਨੇ ਆਪਣੇ ਭਾਈ ਹੋਣੀ ਜਿਹੜੇ ਨੇ। ਅੱਛਾ, ਅਗਲੀ ਖਬਰ ਲੈ ਲਓ। ख्वाजा आसिफ ने किया है कि गैरत जजा ने जो अस्तीफा दिता है, उन्होंने वो अपना तजिया किया है भी बड़ी देर नाल गैरत आई है। जजा ने उन्होंने कहा भी तुहानू तो पहला ही अस्तीफा दे देना चाहिए सी, तुहानू बड़ी देर नाल गैरत आई है। ये गल ख्वाजा साहब की चलो वो ठीक भी हो सकती, गलत भी हो सकती, लेकिन ख्वाजा साहब मैनू एक गल दसो, मैनू एक गल दसो, किसी बंदे कोल कोई चीज़ होवे ही ना तो ना देर ना आ सकती है ना वक्त नाल आ सकती है। जाहिर है ना जजां दे विच गैरत है सी, चलो उन्होंने को भुलेखा लग गया, पहला ना आई देर ना आ गई। जनाब के कोल तो फैसिलिटी मुयसर नहीं है। जनाब तो अगर ट्राई भी करेंगे तो अंदरों आवाज़ आनी है भी भाई जी तुहाडे कोल गैरत नहीं हैगी, तुहाडे कोल फैसिलिटी मुयसर ही नहीं है तुहाडे वाले केस दे विच, ते तुसीं क्यों ये लोगों को पहलां आंदे। लेकिन उन्होंने कल दे वीलाग 'च असीं तुहानूं दस्सिया सी, वो आंदे ने भी मैं सादा ट्वीट नहीं करता, मैं ट्वीट इहो जे करदा भी लोकी मैनूं कड्ढण गंदियां गालां। हाँ जी, उन्हें आप कहा सी भी मैनूं लोकी कड्ढण गंदियां गालां ते मैनूं स्वाद आउंदा जिस वेले गालां कड्ढदे ने। इत्थों तुसीं आपे ख्वाजा साहब वैसे ट्रक थले भी आ गई सी एक शै स्वाद लैंदी, लेकिन तुसीं भी लै रहे हो स्वाद, ठीक है। ये मुहावरा तो ना, एक मुहावरा है पंजाबी का ट्रक थले आउण दा, ओहदा मतलब असल च ट्रक थले आना नहीं है। अच्छा जी, अगे चलते हैं। याया अफरीदी साहब जिन्हां ने पूरी जिहड़ी अपनी है ना वो अपनी सुप्रीम कोर्ट उसकी तबाही मचाती, उन्होंने बारे खबर दे रहे हैं हसनात मलिक साहब कि वो 3 दिन पहले जजिस का जो टी रूम है उत्थे ट्रैक सूट पा के आए तो वर्जिश वगैरह करने वास्ते, तो उत्थे आके उन्होंने कहा भी मैं इनकलाब लै आया, मैं इनकलाब लै आया। वो जो सियाने बंदे सन वो तो यही सोचे कि बाथरूम चो निकले ने किते अपने अफरीदी साहब। लेकिन जिन्होंने नहीं समझ आई उन्होंने पूछा कि जनाब किहड़ा इनकलाब ले आए, उन्होंने कहा मैं सारे सैशन जज जिहड़े हैं वो चाइना भेजन लगा ट्रेनिंग वास्ते। बल्ले बई शेर बगिया, बड़ा सुथरा काम किया, मतलब सुप्रीम कोर्ट के पल्ले कोई चीज़ तुसीं छड्डी नहीं। लेकिन हुण तुहानूं ये लगता है कि ये तुसीं जिहड़ा वो इनकलाब लै आओगे, सिर्फ जजिस की जिहड़ी है वो ट्रेनिंग कराउण दे उत्ते ही तुसीं इनकलाब लै आउणा। अच्छा जी, अगों पंजाब की जी 40% आबादी है, पाकिस्तान की, पंजाब की कहता माजरत, पाकिस्तान की 40 नहीं, हुण तो 45 है तकरीबन। 45% आबादी जी है वो सतह गुरबत तो थले, सतह गुरबत तो थले वो बंदा होंदा जिन्होंने ना रोटी पूरी लभदी है ना लोड़ां पूरियां होंदियां ने, कोई शै नहीं पता होंदा भी कित्थों खाना पीना अगले दिन। तो 45% आबादी साडी तकरीबन 44-45% गुरबत की लकीर तो थले है। तो उस मुल्क दे विच साडी बाजी जिहड़ी है वो फैज़ाबाद तो लैके ते मरी तक ग्लास ट्रेन बना रही है, जिहदे ते अरबां रुपया लग जाएगा, जिहदी साडे मुल्क नूं लोड़ नहीं है। बिल्कुल स्विट्जरलैंड वर्गे मुल्कों में होंदी है, पर स्विट्जरलैंड के एक जो बस ड्राइवर है ना उसकी तनख्वाह भी तकरीबन 1 लाख यूरो है। स्विस फ्रैंक या यूरो तकरीबन बराबर नहीं, थोड़ा फर्क होएगा, लेकिन 1 लाख के करीब होती है। आप हिसाब ला लो कि पाकिस्तान के किन्ने लाख रुपया महीने बनती है उसकी तनख्वाह। मेरी तुसीं गल समझ रहे हो? वो कम अज़ कम भी कोई पाकिस्तान का, अगर मैं गलत नहीं तो 10-15 लाख रुपया महीने की तनख्वाह होएगी। मैं सब तो घट तनख्वाह गल कर रहा, वेटर जिहड़ा होवे, बहरा जिन्होंने तुसीं कह दिंदे होटल दे विच, ते वेटर होवे या कोई बस ड्राइवर होवे, कोई मजदूर तो होर भी ज़्यादा लैंदा उत्थे जिहड़ा सख्त मजदूरी करदा है। ते तुसीं आप हिसाब ला लो भी उत्थे तो चलो इहो जिहियां शैवां बनन समझ आउंदी, असीं भुख ना मर गए, माँ मर गई पोह दे पाले, धी दा नां निगी, ते बाजी आप हुण मूँह कुट्टिया निमा मूँह कुट के फिरदी है। उहदी वजह भी उदण दा असीं ओह गलती कर बैठे, दस बैठे भी थल्ले वाले 2 दंद गंदे ने। वो जदों दी मैं गल कर बैठा बाजी दे दंदां दे उत्ते, ते बाजी जिहड़ी है वो हुण बिल्कुल किसी सूरत भी रिस्क ही नहीं लै रही बाजी, किसी सूरत भी वो मुँह खोलते ही नहीं। हालांकि उन्होंने बाजी वास्ते मुँह बंद करना बड़ा मुश्किल काम है, बड़ी जतन करके बाजी मुँह बंद करना पैंदा, इस तरह नहीं होंदा। लेकिन बाजी हुण डरी फिरदी है भी किते फिर दंद मेरे ना बाहर आ जाण, कैमरे दे विच नज़र ना आ जाण, मैं फड़ी जावांगी। ते बाजी हुण बस मुँह कुट्टिया जिहड़ा वो फिर रही है। चलो अल्लाह खैर करेगा, मैनूं इत्थों दिओ इजाज़त, ते रब रख।